हाँ जी, सत श्री अकाल जी। किताब आमो सामने, ਲੇਖਕ ਨਰਿੰਦਰ ਸਿੰਘ ਕਪੂਰ। ਇਸ ਦਾ ਦੂਜਾ ਲੇਖ ਮੇਲ ਜੋਲ। ਅਜੀਬ ਗੱਲ ਹੈ ਕਿ ਜਿਉਂ-ਜਿਉਂ ਮੇਲ ਜੋਲ ਦੇ ਅਵਸਰ ਵੱਧ ਰਹੇ ਹਨ, ਤਿਉਂ-ਤਿਉਂ ਮਨੁੱਖ ਇਕੱਲਾ ਹੁੰਦਾ ਜਾ ਰਿਹਾ ਹੈ। ਬੀਤੇ ਨੂੰ ਪਛਤਾਵੇ ਤੋਂ ਬਿਨਾਂ ਯਾਦ ਕਰਨਾ ਅਤੇ ਭਵਿੱਖ ਨੂੰ ਭੁਲੇਖਿਆਂ ਤੋਂ ਬਿਨਾਂ ਕਿਆਸਣਾ ਹੁਣ ਸੰਭਵ ਨਹੀਂ ਰਿਹਾ। ਲੋਕ ਪਰੇਸ਼ਾਨ ਹਨ ਕਿਉਂਕਿ ਪਿਆਰ ਜਿਹਾ ਸੱਜਰਾ ਅਤੇ ਸੱਚਾ ਸੁੱਚਾ ਅਨੁਭਵ ਵੀ ਥਕਾਵਟ ਅਤੇ ਸਿਰਦਰਦੀ ਬਣ ਗਿਆ ਹੈ। ਇਸ ਪਰੇਸ਼ਾਨੀ ਦਾ ਕਾਰਨ ਇਹ ਹੈ ਕਿ ਲੋਕਾਂ ਨੇ ਪੁਲਾਂ ਨਾਲੋਂ ਵਧੇਰੇ ਕੰਧਾਂ ਉਸਾਰ ਲਈਆਂ ਹਨ। ਅਵਸਰ ਫੈਲਣ ਦੇ ਵੱਧ ਰਹੇ ਹਨ, ਪਰ ਅਮਲ ਸੁੰਗੜਨ ਦਾ ਵੱਧ ਰਿਹਾ ਹੈ। ਉਹ ਲੋਕ ਕਿੱਥੇ ਹਨ ਜਿਨ੍ਹਾਂ ਦੇ ਆਇਆਂ ਵਿਹੜੇ ਸੁੱਚੇ ਹੋ ਜਾਇਆ ਕਰਦੇ ਸਨ? ਉਹ ਮੁਰਸ਼ਿਦ ਕਿੱਥੇ ਹਨ, ਮੁਰੀਦ ਜਿਨ੍ਹਾਂ ਦੀ ਸਰਦਲ ਚੁੰਮਦੇ ਰਹਿੰਦੇ ਸਨ ਅਤੇ ਕਿਸੇ ਨੂੰ ਦਰਵਾਜ਼ਾ ਖੜਕਾਉਣ ਦੀ ਹਿੰਮਤ ਨਹੀਂ ਸੀ ਪੈਂਦੀ? ਪ੍ਰੇਮੀ ਵੀ ਅੱਜ ਕੱਲ੍ਹ ਇੱਕ ਦੂਜੇ ਵੱਲ ਇੰਜ ਤੱਕਦੇ ਹਨ ਜਿਵੇਂ ਧੋਖਾਧੜੀ ਦੇ ਮੁਕੱਦਮੇ ਦੀਆਂ ਦੋ ਵਿਰੋਧੀ ਧਿਰਾਂ ਹੋਣ। ਅੱਜ ਕਿਸੇ ਨੂੰ ਪਾਣੀ ਪਿਲਾਵੋ, ਉਹ ਸ਼ਬੀਲ ਉੱਤੇ ਹੀ ਕਾਬਜ਼ ਹੋ ਜਾਵੇਗਾ। ਆਪਣੇ ਆਪ ਨੂੰ ਨਪੀੜਨ ਅਤੇ ਨਿਖਾਰਨ ਦਾ ਅਮਲ ਕਿਧਰੇ ਵਿਖਾਈ ਨਹੀਂ ਦਿੰਦਾ। ਕਵੀ ਚਮਨਪ੍ਰਸ਼ ਖਾ ਕੇ ਕਵਿਤਾ ਲਿਖ ਰਹੇ ਹਨ ਅਤੇ ਰਾਜਧਾਨੀ ਦੀ ਗਰਦ ਵਿੱਚ ਰਹਿਣ ਵਾਲੇ ਨੇਤਾ ਆਪਣੀ ਹੀ ਮਰਜ਼ੀ ਨਾਲ ਭਵਜਲ ਵਿੱਚੋਂ ਦੇਸ਼ ਨੂੰ ਕੱਢਣ ਦੇ ਹੰਕਾਰ ਵਿੱਚ ਗੋਤੇ ਖਾ ਰਹੇ ਹਨ। ਹਰ ਰੋਜ਼ ਕਿਸੇ ਚੰਗੀ ਪਰੰਪਰਾ ਦਾ ਭੋਗ ਪੈ ਰਿਹਾ ਹੈ। ਅਜੋਕੇ ਮਨੁੱਖ ਦਾ ਗਿਆਨ ਵੱਧ ਰਿਹਾ ਹੈ, ਪਰ ਅਨੁਭਵ ਦੇ ਪੱਖੋਂ ਉਹ ਕੰਗਾਲ ਹੋ ਰਿਹਾ ਹੈ। ਸਾਡੇ ਵਿਦਿਅਕ ਅਦਾਰੇ ਕੁਝ ਕਰਨ ਦੀ ਥਾਂ ਬਸ ਹਿਜੜਿਆਂ ਵਾਂਗ ਖਲੋਤੇ ਦੇਖੀ ਜਾ ਰਹੇ ਹਨ। ਸਪੀਡ ਬ੍ਰੇਕਰਾਂ ਵਰਗੀਆਂ ਸ਼ਖਸੀਅਤਾਂ ਦੇ ਅਜੋਕੇ ਦੌਰ ਵਿੱਚ ਅਪਮਾਨ ਦੀ ਬੋਲੀ ਵਿੱਚ ਸਨਮਾਨ ਹੋ ਰਹੇ ਹਨ ਅਤੇ ਹਰ ਪ੍ਰਕਾਰ ਦੇ ਇਨਾਮ ਅਤੇ ਸਨਮਾਨ ਕੱਟੀ ਹੋਈ ਪਤੰਗ ਵਾਂਗ ਲੁੱਟੇ ਜਾ ਰਹੇ ਹਨ। ਸਮੁੱਚੀ ਅਜੋਕੀ ਸਥਿਤੀ ਵਿੱਚੋਂ ਵਿਸ਼ਵਾਸ ਮਨਫੀ ਹੋ ਗਿਆ ਹੈ। ਅਸਹਿਮਤ ਹੋਣ ਦੀ ਹਿੰਮਤ ਖੁਰ ਗਈ ਹੈ। ਖੇਤਰ ਕੋਈ ਹੋਵੇ, ਹਰ ਕੋਈ ਸਮੇਂ ਅਤੇ ਸਥਿਤੀ ਅਨੁਸਾਰ ਰੰਗ ਅਤੇ ਪੈਂਤੜਾ ਧਾਰਨ ਕਰ ਰਿਹਾ ਹੈ। ਇਹ ਹੈਰਾਨੀ ਦੀ ਗੱਲ ਨਹੀਂ ਕਿ ਹਰ ਕਿਸੇ ਨੂੰ ਇਕੱਲਤਾ ਦਾ ਅਹਿਸਾਸ ਹੈ। ਇਹ ਅਹਿਸਾਸ ਕਿਸੇ ਵੀ ਪੱਖੋਂ ਮਾਣਯੋਗ ਨਹੀਂ। ਇਸ ਅਹਿਸਾਸ ਦੌਰਾਨ ਗੁਜ਼ਰਿਆ ਹੋਇਆ ਉਦਾਸਿਆ ਅਤੇ ਦੁਖਾਵਾਂ ਜ਼ਮਾਨਾ ਇੰਜ ਯਾਦ ਆਉਂਦਾ ਹੈ ਜਿਵੇਂ ਕੰਠ ਕੀਤੀ ਹੋਈ ਕੋਈ ਔਖੀ ਕਵਿਤਾ ਹੋਵੇ। ਵਿਸ਼ਵਾਸ ਤੋਂ ਬਿਨਾਂ ਕੋਈ ਦੋਸਤੀ, ਕੋਈ ਰਿਸ਼ਤਾ, ਕੋਈ ਗੁਆਂਢ ਇਵੇਂ ਹੁੰਦਾ ਹੈ ਜਿਵੇਂ ਕੁੰਡੇ ਤੋਂ ਬਿਨਾਂ ਕੇਤਲੀ ਹੋਵੇ, ਹਾਥੀ ਤੋਂ ਬਿਨਾਂ ਕਹੀ ਹੋਵੇ, ਢੱਕਣ ਤੋਂ ਬਿਨਾਂ ਪੈਨ ਹੋਵੇ, ਪੈਟਰੋਲ ਤੋਂ ਬਿਨਾਂ ਕਾਰ ਹੋਵੇ। ਧਰਮ ਮਨੁੱਖ ਨੂੰ ਜੀਵਨ ਦੀ ਉਹ ਨੁਹਾਰ ਪੇਸ਼ ਕਰਦਾ ਹੈ ਜਿਸ ਵਿੱਚ ਇਕੱਲਤਾ ਦਾ ਰੋਗ ਨਹੀਂ ਸੀ ਅਤੇ ਜਿਸ ਵਿੱਚ ਸਹਿਯੋਗ ਅਤੇ ਵਿਸ਼ਵਾਸ ਦਾ ਬੋਲਬਾਲਾ ਸੀ। ਪੁਰਾਣੇ ਜ਼ਮਾਨੇ ਵਿੱਚ ਦੂਜਿਆਂ ਦੇ ਨੇੜੇ ਹੋਣਾ ਮਨੁੱਖ ਆਪਣਾ ਹੱਕ ਸਮਝਦਾ ਸੀ। ਉਹ ਆਪਣੀ ਮੰਜ਼ਿਲ ਤੇ ਪਹੁੰਚ ਕੇ ਆਪਣਾ ਸਫ਼ਰ ਸ਼ੁਰੂ ਕਰਦਾ ਸੀ। ਉਸ ਯੁੱਗ ਵਿੱਚ ਜਦੋਂ ਕਿਸੇ ਪਰੰਪਰਾ ਨੂੰ ਮਾਵਾਂ ਜਾਂ ਬਣਨ ਵਾਲੀਆਂ ਮਾਵਾਂ ਅਪਣਾ ਲੈਂਦੀਆਂ ਸਨ ਤਾਂ ਉਹ ਇੱਕ ਪਵਿੱਤਰ ਧਾਰਮਿਕ ਰਸਮ ਵਜੋਂ ਟਿਕ ਜਾਂਦੀ ਸੀ। ਉਸ ਸਮੇਂ ਕਿਤਾਬਾਂ ਇਤਨੀਆਂ ਸਰਲ ਹੁੰਦੀਆਂ ਸਨ ਕਿ ਬੱਚੇ ਤਾਂ ਬੱਚੇ, ਉਹਨਾਂ ਦੇ ਮਾਪੇ ਵੀ ਉਹਨਾਂ ਨੂੰ ਸਮਝ ਜਾਂਦੇ ਸਨ। ਅਜੋਕੇ ਯੁੱਗ ਵਿੱਚ ਸਾਡੇ ਵਾਕਫ ਤਾਂ ਬਹੁਤ ਹਨ, ਪਰ ਦੋਸਤ ਕੋਈ ਨਹੀਂ। ਸਾਡਾ ਆਣ ਜਾਣ ਤਾਂ ਕਈਆਂ ਘਰਾਂ ਨਾਲ ਹੁੰਦਾ ਹੈ, ਪਰ ਸੁਖਾਵਾਂ ਅਤੇ ਨਿੱਘਾ ਮਿਲ-ਜੁਲ ਕਿਸੇ ਨਾਲ ਨਹੀਂ ਹੁੰਦਾ। ਪੁਰਾਤਨ ਮਨੁੱਖ ਦਾ ਪ੍ਰਕਿਰਤੀ ਨਾਲ ਸਿੱਧਾ ਅਤੇ ਨਿਰਛਲ ਮੇਲ-ਜੋਲ ਸੀ, ਜਦੋਂ ਕਿ ਆਧੁਨਿਕ ਯੁੱਗ ਵਿੱਚ ਲਗਾਤਾਰ ਆਪਣੀ ਹੀ ਸੰਗਤ ਨੇ ਮਨੁੱਖ ਨੂੰ ਭ੍ਰਿਸ਼ਟ ਕਰ ਦਿੱਤਾ ਹੈ। ਸਥਿਤੀ ਦਾ ਵਿਅੰਗ ਇਹ ਹੈ ਕਿ ਕਿਸੇ ਇਮਾਰਤ ਨੂੰ ਅਸੀਂ ਉਸ ਵੇਲੇ ਤੱਕ ਪਸੰਦ ਨਹੀਂ ਕਰਦੇ ਜਦੋਂ ਤੱਕ ਉਹ ਢਹਿ ਢੇਰੀ ਨਾ ਹੋ ਜਾਵੇ। ਜਦੋਂ ਸਾਡਾ ਮੇਲ-ਜੋਲ ਵਿਗੜਦਾ ਹੈ ਤਾਂ ਭਾਸ਼ਾ ਅਤੇ ਬੋਲਚਾਲ ਵਿੱਚ ਵੀ ਵਿਗਾੜ ਆਉਂਦਾ ਹੈ। ਮਨੁੱਖਾਂ ਦੀ ਥਾਂ ਵਸਤਾਂ ਵਧੇਰੇ ਮਹੱਤਵਪੂਰਨ ਹੋ ਜਾਂਦੀਆਂ ਹਨ। ਇੱਕ ਦੂਜੇ ਨਾਲ ਇੱਕੋ ਦਿਸ਼ਾ ਵਿੱਚ ਵੇਖਣ ਦੇ ਹੁਨਰ ਦੀ ਥਾਂ ਪਿਆਰ ਇੱਕ ਦੂਜੇ ਦੇ ਚਿਹਰੇ ਵੱਲ ਵੇਖਣ ਦਾ ਕਾਰਜ ਬਣ ਕੇ ਰਹਿ ਜਾਂਦਾ ਹੈ। ਪੜ੍ਹਨ ਲਿਖਣ ਦਾ ਉਦੇਸ਼ ਦੂਜਿਆਂ ਨਾਲ ਚੰਗੇਰੇ ਢੰਗ ਨਾਲ ਗੱਲਬਾਤ ਕਰਨ ਦੀ ਯੋਗਤਾ ਉਪਜਾਉਣਾ ਹੁੰਦਾ ਹੈ। ਧਮਕੀਆਂ ਦੇਣ ਦੇ ਨਵੇਂ-ਨਵੇਂ ਢੰਗ ਸਿਰਜਣਾ ਨਹੀਂ ਹੁੰਦਾ। ਉਹ ਕਿਤਨੇ ਕੁ ਘਰ ਹਨ ਜਿੱਥੇ ਵੇਲੇ ਕੁ ਵੇਲੇ ਦਸਤਕ ਦੇਣ ਲੱਗਿਆਂ ਤੁਹਾਨੂੰ ਝਿਜਕ ਨਹੀਂ ਹੁੰਦੀ? ਉਹ ਕਿਤਨੇ ਕੁ ਲੋਕ ਹਨ ਜਿਨ੍ਹਾਂ ਨਾਲ ਤੁਸੀਂ ਬਿਨਾਂ ਸੰਕੋਚ ਗੱਲਬਾਤ ਕਰ ਸਕਦੇ ਹੋ? ਕਈ ਇਸ ਸਥਿਤੀ ਨੂੰ ਕੇਵਲ ਆਰਥਿਕਤਾ ਨਾਲ ਜੋੜਨਗੇ, ਪਰ ਸਥਿਤੀ ਦਾ ਸੱਚ ਇਹ ਹੈ ਕਿ ਮੇਲ ਜੋਲ ਦਾ ਬਹੁਤਾ ਸੰਕਟ
ਉਹਨਾਂ ਲੋਕਾਂ ਸਾਹਮਣੇ ਹੈ ਜਿਨ੍ਹਾਂ ਦੀ ਆਰਥਿਕ ਸਥਿਤੀ ਸੁਧਰੀ ਹੈ। ਸੌਖੀਆਂ ਜਿੱਤਾਂ ਦੇ ਆਦੀ ਲੋਕ ਔਖੇ ਰਾਹਾਂ ਤੇ ਨਹੀਂ ਤੁਰਦੇ। ਜਿਹੜੇ ਵਿਸ਼ੇ ਔਖੇ ਹੁੰਦੇ ਹਨ ਉਹੀ ਲਾਭਦਾਇਕ ਹੁੰਦੇ ਹਨ। ਅਜੋਕੇ ਮਨੁੱਖ ਦੀਆਂ ਇਕੱਲਤਾ ਨਾਲ ਜੁੜੀਆਂ ਬਹੁਤੀਆਂ ਸਮੱਸਿਆਵਾਂ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਉਹ ਬਹੁਤ ਵੱਡੇ ਗਰੋਹਾਂ ਜਾਂ ਮਹਾਨਗਰਾਂ ਵਿੱਚ ਆਪਣੇ ਆਪ ਨੂੰ ਬ੍ਰਹਿਮੰਡ ਦਾ ਕੇਂਦਰ ਮਿੱਥ ਕੇ ਜਿਉਣਾ ਚਾਹੁੰਦਾ ਹੈ। ਅਨਿਸ਼ਚਿਤਤਾ ਦੇ ਸਿਰਜੇ ਸਾਡੇ ਪਰਸਪਰ ਵਿਹਾਰ ਵਿੱਚ ਅਨੇਕਾਂ ਤਰੇੜਾਂ ਹਨ ਅਤੇ ਜ਼ਿੰਦਗੀ ਦੇ ਤਿੜਕੇ ਹੋਏ ਸ਼ੀਸ਼ੇ ਵਿੱਚੋਂ ਅਸੀਂ ਆਪਣੀ ਸਾਬਤੀ ਸਬੂਤੀ ਸ਼ਕਲ ਵੇਖਣ ਦਾ ਅਸਫਲ ਯਤਨ ਕਰ ਰਹੇ ਹਾਂ। ਅਜੋਕੇ ਯੁੱਗ ਵਿੱਚ ਅਸੀਂ ਕੇਵਲ ਆਪਣੇ ਆਪ ਨੂੰ ਪਛਾਣਦੇ ਹਾਂ। ਜਨਮ ਤੋਂ ਹੀ ਮਨੁੱਖ ਨੂੰ ਆਪਸੀ ਮੇਲਜੋਲ ਵਧਾਉਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਮਨੁੱਖ ਲੱਖ ਯਤਨ ਕਰਨ ਦੇ ਬਾਵਜੂਦ ਮੇਲਜੋਲ ਦਾ ਪਰਿਵਾਰ ਨਾਲੋਂ ਵਧੇਰੇ ਹੰਢਣਸਾਰ ਢੰਗ ਤਰੀਕਾ ਨਹੀਂ ਸਿਰਜ ਸਕਿਆ। ਮਾਪੇ, ਦੋਸਤ, ਸਹੇਲੀਆਂ, ਸੰਗੀ ਸਾਥੀ, ਗੁਆਂਢੀ, ਅਧਿਆਪਕ ਆਦਿ ਵੀ ਵੱਖ-ਵੱਖ ਪਰਿਵਾਰਾਂ ਦੇ ਨੁਮਾਇੰਦਿਆਂ ਵਾਂਗ ਹੀ ਸਾਨੂੰ ਮਿਲਦੇ ਜੁਲਦੇ ਹਨ। ਘਰ ਦੇ ਅੰਦਰ ਆਪਣੇ ਵਿਲੱਖਣ ਸੱਭਿਆਚਾਰ ਦੀ ਜਾਗ ਮਾਂ ਤੋਂ ਲੱਗਦੀ ਹੈ। ਪਿਆਰ ਕਰਨ ਦੀ ਯੋਗਤਾ ਇਸਤਰੀ ਦੀ ਸਭ ਤੋਂ ਵੱਡੀ ਸ਼ਕਤੀ ਹੈ। ਇਸਤਰੀ ਦਾ ਸੰਸਾਰ ਨਾਲ ਰਿਸ਼ਤਾ ਪਿਆਰ ਵਾਲਾ ਹੈ, ਜਦੋਂ ਕਿ ਸੰਸਾਰ ਨਾਲ ਪੁਰਸ਼ ਦਾ ਰਿਸ਼ਤਾ ਅਲਗਾਵ ਵਾਲਾ ਹੈ। ਹੁਣ ਜਦੋਂ ਇਸਤਰੀ ਪੁਰਸ਼ ਨਾਲ ਮੁਕਾਬਲੇ ਦੀ ਸਥਿਤੀ ਵਿੱਚ ਵਿਚਰਨ ਦੀ ਜਿੱਦ ਕਰ ਰਹੀ ਹੈ ਤਾਂ ਸੁਭਾਵਿਕ ਹੀ ਪੁਰਸ਼ਾਂ ਵਾਲੀ ਸੋਚ ਸਮਝ ਅਪਣਾਉਣ ਕਾਰਨ ਉਸ ਦਾ ਸੰਸਾਰ ਨਾਲ ਰਿਸ਼ਤਾ ਪਿਆਰ ਵਾਲਾ ਨਹੀਂ ਰਹੇਗਾ। ਕੰਮ ਉੱਤੇ ਜਾਣ ਦੀ ਮਜਬੂਰੀ ਕਾਰਨ ਮਾਵਾਂ ਆਪਣੀ ਸੰਤਾਨ ਨੂੰ ਆਪਣਾ ਦੁੱਧ ਪਿਲਾਉਣ ਦੀ ਥਾਂ ਦੁੱਧ ਵਾਲੀ ਬੋਤਲ ਦਾ ਸਹਾਰਾ ਲੈਣ ਲਈ ਮਜਬੂਰ ਹਨ। ਇਵੇਂ ਮਾਂ ਦਾ ਆਪਣੀ ਸੰਤਾਨ ਨਾਲ ਰਿਸ਼ਤਾ ਸਾਵਾਂ ਸੁਖਾਵਾਂ ਹੋਣ ਦੀ ਥਾਂ ਮਜਬੂਰੀ ਅਤੇ ਬੇਵਸੀ ਦਾ ਸ਼ਿਕਾਰ ਹੋ ਗਿਆ ਹੈ। ਜਿਸ ਰਿਸ਼ਤੇ ਦੀ ਬੁਨਿਆਦ ਵਿੱਚ ਮਜਬੂਰੀ ਅਤੇ ਬੇਵਸੀ ਹੋਵੇ, ਉਹ ਰਿਸ਼ਤਾ ਕਿਤਨਾ ਕੁ ਹੰਢਣਸਾਰ ਹੋ ਸਕਦਾ ਹੈ। ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਅਜੋਕੇ ਯੁੱਗ ਵਿੱਚ ਪੁੱਤਰਾਂ ਦੇ ਹੱਥੋਂ ਮਾਵਾਂ ਦੀ ਬੇਇੱਜ਼ਤੀ ਹੋ ਰਹੀ ਹੈ। ਕੋਈ ਵੀ ਪੁਰਸ਼ ਆਪ ਨਿਗਰਨ ਤੋਂ ਬਿਨਾਂ ਇਸਤਰੀ ਦਾ ਅਪਮਾਨ ਨਹੀਂ ਕਰ ਸਕਦਾ। ਇਸਤਰੀ ਦਾ ਸਨਮਾਨ ਉਹੀ ਕਰ ਸਕਦਾ ਹੈ ਜਿਸ ਦੀ ਨਜ਼ਰ ਉੱਚੀ ਹੋਵੇ ਅਤੇ ਜਿਸ ਦੀ ਦ੍ਰਿਸ਼ਟੀ ਵਿਸ਼ਾਲ ਹੋਵੇ। ਉੱਚੀ ਨਜ਼ਰ ਅਤੇ ਵਿਸ਼ਾਲ ਦ੍ਰਿਸ਼ਟੀ ਮਾਂ ਤੋਂ ਪ੍ਰਾਪਤ ਹੁੰਦੀ ਹੈ, ਪਰ ਅਜੋਕੀਆਂ ਮਾਵਾਂ ਕੋਲ ਵੇਲ ਹੀ ਨਹੀਂ। ਮਾਂ ਨੇ ਬੱਚੇ ਨੂੰ ਭਾਵਕ ਪੱਖੋਂ ਸੰਤੁਲਨ ਪ੍ਰਦਾਨ ਕਰਨਾ ਹੁੰਦਾ ਹੈ ਅਤੇ ਉਸ ਦੇ ਜੀਵਨ ਪ੍ਰਤੀ ਦ੍ਰਿਸ਼ਟੀਕੋਣ ਨੂੰ ਉਭਾਰਨਾ ਅਤੇ ਨਿਖਾਰਨਾ ਹੁੰਦਾ ਹੈ। ਮੱਠੀ ਅੱਗ ਤੇ ਪਕਾਉਣ ਦੀ ਥਾਂ ਹੁਣ ਅਸੀਂ ਭਾਫ ਦੇ ਭਾਰੀ ਦਬਾਅ ਵਾਲੇ ਕੂਕਰ ਵਰਤਣ ਲੱਗ ਪਏ ਹਾਂ। ਚਰਿੱਤਰ ਮੱਠੀ ਅੱਗ ਉੱਤੇ ਰਿੱਝਣ ਵਾਲੀ ਚੀਜ਼ ਹੈ, ਪਰ ਮੱਠੀ ਅੱਗ ਵਾਲਾ ਸਬਰ ਨਹੀਂ ਰਿਹਾ। ਸਾਡੇ ਘਰਾਂ, ਪਰਿਵਾਰਾਂ, ਗੁਆਂਢੀਆਂ, ਅਧਿਆਪਕਾਂ ਆਦਿ ਸਭ ਦੀ ਨੁਹਾਰ ਬਦਲ ਗਈ ਹੈ। ਕੁਝ ਵੀ ਹੰਢਣਸਾਰ ਨਹੀਂ ਰਿਹਾ, ਸੋ ਹੰਢਣਸਾਰ ਮੇਲਜੋਲ ਵੀ ਸੰਭਵ ਨਹੀਂ ਰਹੇ। ਆਪਣੇ ਆਪ ਦੀ ਸੋਝੀ ਵਿੱਚੋਂ ਹੀ ਸ਼ਖਸੀਅਤ ਦਾ ਸੂਰਜ ਚੜ੍ਹਦਾ ਹੈ। ਇਸ ਸੋਝੀ ਦੀ ਉਡਾਨ ਕਲਪਨਾ ਕਮਾਉਂਦੀ ਹੈ। ਸੋਝੀ ਅਤੇ ਕਲਪਨਾ ਦੇ ਸੁਮੇਲ ਨਾਲ ਅਸੀਂ ਇਕੱਲ ਨਾਲ ਟਾਕਰਾ ਕਰਨ ਦੇ ਯੋਗ ਹੁੰਦੇ ਹਾਂ। ਸਭ ਪ੍ਰਕਾਰ ਦੀ ਕਲਾ ਅਸਲ ਵਿੱਚ ਮਨੁੱਖ ਨੂੰ ਵਧੇਰੇ ਹੰਢਣਸਾਰ ਮੇਲਜੋਲ ਦੇ ਯੋਗ ਬਣਾਉਂਦੀ ਹੈ। ਇੱਕ ਕਲਾਕਾਰ ਜਦੋਂ ਇਕੱਲਾ ਹੁੰਦਾ ਹੈ ਤਾਂ ਉਹ ਆਪਣੀ ਕਲਾ ਦਾ ਸਾਥ ਮਾਣਦਾ ਹੈ। ਉਸ ਨੂੰ ਮੇਲਜੋਲ ਦੀ ਕਿਸੇ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਂਦਾ। ਕਵੀ ਕਦੀ ਇਕੱਲਾ ਨਹੀਂ ਹੁੰਦਾ, ਉਸ ਨੂੰ ਕਲਪਨਾ ਦਾ ਸਾਥ ਪ੍ਰਾਪਤ ਹੁੰਦਾ ਹੈ। ਕੋਈ ਵਿਦਵਾਨ ਕਦੀ ਇਕੱਲਾ ਨਹੀਂ ਹੁੰਦਾ, ਕਿਉਂਕਿ ਸੋਝੀ ਉਸ ਦੇ ਅੰਗ ਸੰਗ ਰਹਿੰਦੀ ਹੈ। ਮੇਲਜੋਲ ਦੀ ਸਮੱਸਿਆ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਨ੍ਹਾਂ ਨੂੰ ਆਪਣੀ ਇਕੱਲ ਮਾਣਨ ਦਾ ਹੁਨਰ ਨਹੀਂ ਆਉਂਦਾ। ਇਕੱਲ ਮਾਣਨ ਦਾ ਸਲੀਕਾ ਤਾਂ ਹੀ ਆਉਂਦਾ ਹੈ ਜੇ ਕੋਈ ਸ਼ੌਂਕ ਹੋਵੇ ਅਤੇ ਦੂਜਿਆਂ ਨਾਲ ਬਰਾਬਰੀ ਦੇ ਆਧਾਰ ਤੇ ਬਰ ਮੇਚਣ ਦੀ ਜਾਚ ਹੋਵੇ। ਕਦੀ ਪੁਰਸ਼ਾਂ ਨੂੰ ਆਪਸ ਵਿੱਚ ਗੱਲਬਾਤ ਕਰਦਿਆਂ ਵੇਖਣਾ ਪ੍ਰਤੀਤ ਹੋਵੇਗਾ ਕਿ ਜਿਵੇਂ ਉਹ ਗੱਤਕਾ ਖੇਡ ਰਹੇ ਹੋਣ। ਉਹਨਾਂ ਦੀ ਗੱਲਬਾਤ ਵਿੱਚ ਜਿੱਤਣ ਅਤੇ ਇੱਕ ਦੂਜੇ ਨੂੰ ਪਛਾੜ ਦੇਣ ਦੀ ਕਾਹਲ ਹੋਵੇਗੀ। ਕਦੀ ਕਿਸੇ ਮਾਂ ਨੂੰ ਬੱਚੇ ਨਾਲ ਜਾਂ ਕਿਸੇ ਨੂੰ ਆਪਣੀ ਸਹੇਲੀ ਨਾਲ ਜਾਂ ਆਪਣੇ ਪ੍ਰੇਮੀ ਨਾਲ ਗੱਲਬਾਤ ਕਰਦਿਆਂ ਵੇਖਣਾ ਪ੍ਰਤੀਤ ਹੋਵੇਗਾ ਜਿਵੇਂ ਤਾੜੀ ਵੱਜ ਰਹੀ ਹੋਵੇ। ਦੋਵੇਂ ਇੱਕ ਦੂਜੇ ਨੂੰ ਲੈ ਤਾਲ ਦੇ ਰਹੇ ਹੋਣਗੇ। ਮੇਲਜੋਲ ਦੀ ਅਸਲ ਯੋਗਤਾ ਪਤੀ ਪਤਨੀ ਦੇ ਆਪਸੀ ਸੁਖਾਵੇਂ ਰਿਸ਼ਤੇ ਵਿੱਚ ਪ੍ਰਗਟ ਹੁੰਦੀ ਹੈ। ਪਰ ਕਈ ਪਤੀ ਪਤਨੀ ਮਾਪੇ ਤਾਂ ਸੌਖਿਆਂ ਹੀ ਬਣ ਜਾਂਦੇ ਹਨ, ਪਰ ਪਤੀ ਪਤਨੀ ਵਜੋਂ ਮੇਲਜੋਲ ਉਸਾਰਨ ਪੱਖੋਂ ਉਹਨਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਬਹੁਤੇ ਘਰਾਂ ਵਿੱਚ ਵਿਆਹ ਤੋਂ ਬਾਅਦ ਰਿਸ਼ਤਾ ਫੈਲਣ ਦੀ ਥਾਂ ਸੁੰਗੜ ਜਾਂਦਾ ਹੈ। ਕਿੰਨੀਆਂ ਕੁ ਪਤਨੀਆਂ ਹਨ ਜਿਨ੍ਹਾਂ ਨੂੰ ਵਿਆਹ ਤੋਂ ਬਾਅਦ ਆਪਣੇ ਜਮਾਤੀਆਂ ਨੂੰ ਖਤ ਲਿਖਣ ਦੀ ਆਗਿਆ ਹੈ। ਮੇਲ ਜੋਲ ਦੇ ਅਥਾਹ ਅਵਸਰ ਉਦੋਂ ਹੀ ਉਸਰਣਗੇ ਜਦੋਂ ਅਸੀਂ ਆਪਣੀ ਦੁਨੀਆ ਵਿੱਚ ਹੋਰਾਂ ਨੂੰ ਦਖਲ ਹੋਣ ਦੇਵਾਂਗੇ। ਜਦੋਂ ਪਤਨੀ ਆਪਣੇ ਪਤੀ ਨੂੰ ਕਹਿ ਸਕੇਗੀ, ਇਹ ਜੀ ਮੈਂ ਉਹਨਾਂ ਨੂੰ ਵਧਾਈ ਦਾ ਖਤ ਲਿਖ ਦਿੱਤਾ ਹੈ, ਤੁਸੀਂ ਆਪਣੇ ਹੱਥਾਂ ਨਾਲ ਸੋਹਣੀ ਲਿਖਾਈ ਵਿੱਚ ਉਹਨਾਂ ਦਾ ਸਿਰਨਾਮਾ ਲਿਖ ਦੇਵੋ। ਸਮਾਜ ਨੂੰ ਬਦਲਣ ਲਈ ਬੱਚਿਆਂ ਦੇ ਪਾਲਣ ਪੋਸ਼ਣ ਦੇ ਢੰਗ ਨੂੰ, ਆਪਣੇ ਜੀਵਨ ਦ੍ਰਿਸ਼ਟੀਕੋਣ ਨੂੰ ਅਤੇ ਆਪਣੇ ਮਨ ਵਿਚਲੇ ਸੰਸਾਰ ਅਤੇ ਬ੍ਰਹਿਮੰਡ ਦੇ ਨਕਸ਼ੇ ਨੂੰ ਬਦਲਣਾ ਪਵੇਗਾ। ਸਮੱਸਿਆਵਾਂ ਉਦੋਂ ਹੀ ਉਪਜਦੀਆਂ ਹਨ ਜਦੋਂ ਸਾਡੀ ਨੀਅਤ ਧੁੰਦਲੀ ਹੋਵੇ ਅਤੇ ਸਾਡੀ ਸੋਚ ਸਪਸ਼ਟ ਨਾ ਹੋਵੇ। ਭੋਜਨ, ਸੁਰੱਖਿਆ ਅਤੇ ਪਿਆਰ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ। ਜਦੋਂ ਅਸੀਂ ਭੁੱਖ ਦੀ ਗੱਲ ਕਰਦੇ ਹਾਂ ਤਾਂ ਬਾਕੀਆਂ ਦੀ ਹੋਂਦ ਜਾਂ ਅਣਹੋਂਦ ਦਾ ਜ਼ਿਕਰ ਅਚੇਤ ਹੀ ਹੋ ਜਾਂਦਾ ਹੈ। ਜਿੱਥੇ ਰੋਟੀ ਨਹੀਂ ਪੱਕਦੀ ਉੱਥੇ ਕੋਈ ਮਹਿਮਾਨ ਨਹੀਂ ਆਉਂਦਾ, ਅਤੇ ਜਿੱਥੇ ਸੁਰੱਖਿਆ ਅਤੇ ਪਿਆਰ ਨਹੀਂ ਹੁੰਦਾ ਉੱਥੇ ਮੇਲ ਜੋਲ ਦੀ ਕੋਈ ਸੰਭਾਵਨਾ ਵੀ ਉਜਾਗਰ ਨਹੀਂ ਹੁੰਦੀ। ਵੇਖਣ ਵਾਲੀ ਗੱਲ ਇਹ ਹੈ ਕਿ ਜਿਹੜੇ ਅਤੇ ਜਿਤਨੇ ਕੁ ਵਸੀਲੇ ਸਾਡੇ ਕੋਲ ਹਨ, ਕੀ ਅਸੀਂ ਉਹਨਾਂ ਦੀ ਸਹਿਯੋਗ ਵਰਤੋਂ ਕਰ ਰਹੇ ਹਾਂ? ਬਹੁਤੇ ਘਰਾਂ ਵਿੱਚ ਵੰਡ ਵੰਡਾਈ ਦੇ ਝਗੜੇ ਹਨ, ਆਪਸੀ ਸ਼ੱਕ ਅਤੇ ਅਵਿਸ਼ਵਾਸ ਦੀਆਂ ਸਮੱਸਿਆਵਾਂ ਹਨ। ਜਦੋਂ ਸਾਡਾ ਆਪਸ ਵਿੱਚ ਹੀ ਮੇਲਜੋਲ ਨਹੀਂ ਤਾਂ ਬਾਹਰਲੇ ਲੋਕਾਂ ਨਾਲ ਮੇਲਜੋਲ ਦੀਆਂ ਸੰਭਾਵਨਾਵਾਂ ਕਿਵੇਂ ਉਜਾਗਰ ਹੋ ਸਕਦੀਆਂ ਹਨ? ਘਰ ਪਰਿਵਾਰ ਤੋਂ ਮਗਰੋਂ ਮੇਲਜੋਲ ਦੀਆਂ ਸੰਭਾਵਨਾਵਾਂ ਸਮਾਜ ਅਤੇ ਸਕੂਲ ਕਾਲਜ ਵਿੱਚ ਉਪਜਦੀਆਂ ਹਨ। ਜੇ ਬੱਚੇ ਨੂੰ ਆਪਣੀ ਪਰਿਵਾਰਿਕ ਮਾਨਸਿਕ ਪੱਧਰ ਅਨੁਸਾਰ ਢੁਕਵੇਂ ਸਕੂਲ ਵਿੱਚ ਦਾਖਲ ਕਰਵਾਇਆ ਜਾਵੇ ਤਾਂ ਹੀ ਉਸ ਵਿੱਚ ਨਿਖਾਰ ਆਉਂਦਾ ਹੈ, ਨਹੀਂ ਤਾਂ ਉਸ ਵਿੱਚ ਬਾਗੀ ਅਤੇ ਵਿਰੋਧੀ ਰੁਚੀਆਂ ਉਪਜਦੀਆਂ ਹਨ। ਮਾਪੇ ਪੈਸੇ ਦੇ ਜ਼ੋਰ ਨਾਲ ਬੱਚਿਆਂ ਨੂੰ ਅਜਿਹੇ ਸਕੂਲਾਂ ਕਾਲਜਾਂ ਵਿੱਚ ਦਾਖਲ ਕਰਵਾ ਰਹੇ ਹਨ ਜਿੱਥੋਂ ਦੇ ਮੁਹਾਵਰੇ ਦੀ ਨਾ ਬੱਚਿਆਂ ਨੂੰ ਸਮਝ ਪੈਂਦੀ ਹੈ ਨਾ ਮਾਪਿਆਂ ਨੂੰ। ਸਕੂਲ ਅਤੇ ਘਰ ਦੇ ਵਾਤਾਵਰਣ ਅਤੇ ਮਾਨਸਿਕ ਪੱਧਰਾਂ ਵਿੱਚ ਇਤਨੀ ਵਿੱਥ ਹੁੰਦੀ ਹੈ ਕਿ ਇਹ ਦੋ ਵੱਖਰੇ ਸੰਸਾਰ ਪ੍ਰਤੀਤ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਵਿਦਿਆਰਥੀ ਦਾ ਅਧਿਆਪਕਾਂ ਨਾਲ ਅਤੇ ਬੱਚੇ ਦਾ ਮਾਪਿਆਂ ਨਾਲ ਰਿਸ਼ਤਾ ਵਿਗੜਦਾ ਹੈ, ਜਿਹੜਾ ਵਿਦਰੋਹ, ਬਦਤਮੀਜ਼ੀ, ਗੁਸਤਾਖੀ ਅਤੇ ਹਿੰਸਾ ਵਿੱਚ ਪ੍ਰਗਟ ਹੁੰਦਾ ਹੈ। ਇਹ ਸਾਰੇ ਪੱਖ ਉਸ ਦੀ ਬੋਲੀ ਵਿੱਚ ਅਤੇ ਲਿਬਾਸ ਰਾਹੀਂ ਉਜਾਗਰ ਹੁੰਦੇ ਹਨ। ਇੱਥੇ ਮਾਪਿਆਂ ਦੇ ਸੁਪਨੇ ਅਤੇ ਯਥਾਰਥ ਆਪਸ ਵਿੱਚ ਭਿੜਦੇ ਹਨ ਅਤੇ ਇਵੇਂ ਸਾਵੇਂ ਸੁਖਾਵੇਂ ਮੇਲਜੋਲ ਦੀਆਂ ਸੰਭਾਵਨਾਵਾਂ ਸੁੰਗੜ ਜਾਂਦੀਆਂ ਹਨ। ਅਜਿਹਾ ਬੱਚਾ ਮਾਪਿਆਂ ਤੋਂ ਦੂਰ ਹੁੰਦਾ ਜਾਂਦਾ ਹੈ ਅਤੇ ਉਹਨਾਂ ਰਿਸ਼ਤਿਆਂ ਨੂੰ ਉਸਾਰਦਾ ਹੈ ਜਿਹੜੇ ਮਾਪਿਆਂ ਲਈ ਸਿਰਦਰਦੀ ਉਪਜਾਉਂਦੇ ਹਨ। ਉਂਝ ਤਾਂ ਗਿਆਨ ਪ੍ਰਾਪਤੀ ਦਾ ਅਮਲ ਬੜਾ ਦਿਲਚਸਪ ਅਤੇ ਦ੍ਰਿਸ਼ਟੀ ਵਿੱਚ ਅਮੀਰੀ ਲਿਆਉਣ ਵਾਲਾ ਹੁੰਦਾ ਹੈ, ਪਰ ਜੇ ਜਗਿਆਸੂ ਅਤੇ ਗਿਆਨ ਵਿਚਕਾਰ ਮੇਲ ਜੋਲ ਸੁਖਾਵਾਂ ਨਾ ਹੋਵੇ ਤਾਂ ਇਹ ਵਿਰੋਧਤਾ ਅਤੇ ਹਿੰਸਾ ਵਿੱਚ ਪ੍ਰਗਟ ਹੁੰਦਾ ਹੈ। ਜਿਹੜਾ ਪੁੱਤਰ ਘਰ ਵਿੱਚ ਆਪਣੇ ਪਿਤਾ ਨੂੰ ਨਫ਼ਰਤ ਕਰਦਾ ਹੈ, ਉਹੀ ਬਾਹਰ ਇਨਕਲਾਬ ਜ਼ਿੰਦਾਬਾਦ ਦਾ ਨਾਅਰਾ ਲਾਉਂਦਾ ਹੈ। ਚੜ੍ਹਦੀ ਜਵਾਨੀ ਦੀਆਂ ਸਮੱਸਿਆਵਾਂ ਸਮੇਂ ਦੇ ਬੀਤਣ ਨਾਲ ਨਵੀਆਂ ਸਮੱਸਿਆਵਾਂ ਵਿੱਚ ਗੁਆਚ ਜਾਂਦੀਆਂ ਹਨ, ਪਰ ਲੋੜੀਂਦੀ ਸੋਝੀ ਅਤੇ ਕਲਪਨਾ ਦੇ ਵਿਕਸਿਤ ਨਾ ਹੋਣ ਕਾਰਨ ਦੂਜਿਆਂ ਨਾਲ ਸੁਖਾਵੇਂ ਮੇਲਜੋਲ ਦੀ ਅਣਹੋਂਦ ਦੀ ਸਮੱਸਿਆ ਬਣੀ ਰਹਿੰਦੀ ਹੈ। ਕਈ ਮਾਪੇ ਅਕਸਰ ਇਸ ਸਮੱਸਿਆ ਦਾ ਹੱਲ ਸੰਤਾਨ ਦੇ ਵਿਆਹ ਵਿੱਚ ਵੇਖਦੇ ਹਨ। ਇਹ ਬੜੀ ਵਚਿੱਤਰ ਗੱਲ ਹੈ ਕਿ ਜਿਨ੍ਹਾਂ ਕੋਲ ਸੋਝੀ ਅਤੇ ਕਲਪਨਾ ਦੀ ਥੁੜ ਹੁੰਦੀ ਹੈ, ਉਹ ਪਤੀ ਪਤਨੀ ਮਾਪੇ ਬੜੀ ਜਲਦੀ ਬਣ ਜਾਂਦੇ ਹਨ। ਅਣਵਿਆਹੁਤੇ ਬੱਚੇ ਦੇ ਆਉਣ ਨਾਲ ਮਾਪਿਆਂ ਨੂੰ ਆਪਣੇ ਆਪ ਬਾਰੇ ਨਵੀਂ ਸੋਝੀ ਅਤੇ ਨਵਾਂ ਗਿਆਨ ਪ੍ਰਾਪਤ ਹੁੰਦਾ ਹੈ। ਜਿੱਥੇ ਬੱਚੇ ਦੇ ਦਾਦਾ ਦਾਦੀ, ਨਾਨਾ ਨਾਨੀ ਦੂਰ ਹੁੰਦੇ ਹਨ, ਉੱਥੇ ਮਾਪੇ ਬਣਨ ਦੇ ਮੁੱਢਲੇ ਵਰੇ ਬੜੀਆਂ ਮੁਸ਼ਕਲਾਂ ਵਾਲੇ ਹੁੰਦੇ ਹਨ, ਕਿਉਂਕਿ ਬੱਚੇ ਨੂੰ ਪਾਲਣ ਦੀ ਸਮੱਸਿਆ ਦੇ ਨਾਲ ਉਹਨਾਂ ਦੇ ਆਪਣੇ ਜੀਵਨ ਨੂੰ ਮਾਣਨ ਦੀਆਂ ਸੰਭਾਵਨਾਵਾਂ ਦੇ ਸੁੰਗੜਨ ਦੀ ਸਮੱਸਿਆ ਵੀ ਉਪਜ ਪੈਂਦੀ ਹੈ। ਕਿਉਂਕਿ ਮਾਪੇ ਬਣਨ ਤੋਂ ਪਹਿਲਾਂ ਪਤੀ ਪਤਨੀ ਦਾ ਬੱਚੇ ਸੰਬੰਧੀ ਸੰਕਲਪ ਬੜਾ ਅਸਪਸ਼ਟ, ਰੋਮਾਂਟਿਕ ਅਤੇ ਸੁਪਨਈ ਹੁੰਦਾ ਹੈ, ਪਰ ਯਥਾਰਥ ਬਿਲਕੁਲ ਉਲਟ ਹੁੰਦਾ ਹੈ। ਝਟਪਟ ਮਾਪੇ ਬਣ ਜਾਣ ਨਾਲ ਪਤੀ ਪਤਨੀ ਨੂੰ ਇੱਕ ਅਣਕਿਆਸੀ ਕਿਸਮ ਦਾ ਧੱਕਾ ਲੱਗਦਾ ਹੈ, ਥਕਾਵਟ ਵੱਧ ਜਾਂਦੀ ਹੈ ਅਤੇ ਬੱਚੇ ਵੱਲ ਯੋਗ ਧਿਆਨ ਨਾ ਦੇ ਸਕਣ ਕਾਰਨ ਆਪਣੇ ਦੋਸ਼ੀ ਹੋਣ ਦੀ ਭਾਵਨਾ ਵੱਧਦੀ ਹੈ। ਮਾਪਿਆਂ ਦਾ ਘਰ ਤੋਂ ਬਾਹਰਾ ਮੇਲਜੋਲ ਘਟਦਾ ਹੈ ਅਤੇ ਜੀਵਨ ਦੀਆਂ ਜਿਹੜੀਆਂ ਰਾਂਗਲੀਆਂ ਵਿਉਂਤਾਂ ਬਣਾਈਆਂ ਹੁੰਦੀਆਂ ਹਨ, ਉਹ ਮਲਬਾ ਹੋ ਜਾਂਦੀਆਂ ਹਨ। ਮਾਪੇ ਪਿਛੋਕੜ ਵਿੱਚ ਚਲੇ ਜਾਂਦੇ ਹਨ ਅਤੇ ਬੱਚਾ ਨਾਇਕ ਹੋ ਨਿਬੜਦਾ ਹੈ।
ਅਜਿਹੇ ਮਾਪਿਆਂ ਨੂੰ ਇੱਕੋ ਝਟਕੇ ਨਾਲ ਆਪਣੇ ਸਾਰੇ ਸੁਪਨੇ ਢਹਿ ਢੇਰੀ ਹੋ ਗਏ ਪ੍ਰਤੀਤ ਹੁੰਦੇ ਹਨ। ਜਦੋਂ ਕਿਸੇ ਦੇ ਸੁਪਨੇ ਮਲਬਾ ਹੋ ਜਾਣ ਤਾਂ ਉਸ ਵਿੱਚ ਸਹਿਣਸ਼ੀਲਤਾ ਘਟਦੀ ਹੈ। ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਬੱਚੇ ਦੇ ਹੋਣ ਨਾਲ ਮਾਪਿਆਂ ਦਾ ਆਪਸੀ ਮੇਲਜੋਲ ਵੱਧਦਾ ਹੈ, ਪਰ ਕਈ ਥਾਈਂ ਬੱਚੇ ਦੇ ਆਉਣ ਨਾਲ ਵਿਰੋਧ ਅਤੇ ਟਕਰਾਓ ਹੋਰ ਤਿੱਖੇ ਹੋ ਜਾਂਦੇ ਹਨ। ਜਿਨ੍ਹਾਂ ਪਰਿਵਾਰਾਂ ਵਿੱਚ ਬੱਚੇ ਵਧੇਰੇ ਹੋਣ ਉੱਥੇ ਨਿਰੰਤਰ ਥਕਾਵਟ ਕਾਰਨ ਹੰਢਣਸਾਰ ਮੇਲਜੋਲ ਦੀਆਂ ਸੰਭਾਵਨਾਵਾਂ ਖੁਰਨ ਲੱਗ ਪੈਂਦੀਆਂ ਹਨ। ਕੰਮ ਵਾਲੀ ਥਾਂ ਉੱਤੇ ਮੇਲਜੋਲ ਸ਼ਰੀਕੇ ਅਤੇ ਸਾੜੇ ਵਾਲਾ ਹੁੰਦਾ ਹੈ। ਜਦੋਂ ਕੋਈ ਵਿਅਕਤੀ ਉੱਚਾ ਅਹੁਦਾ ਪ੍ਰਾਪਤ ਕਰ ਲਵੇ ਤਾਂ ਉਸ ਤੋਂ ਉਚੇਰੀ ਪੱਧਰ ਦੇ ਵਰਤਾਰੇ ਦੀ ਉਮੀਦ ਕੀਤੀ ਜਾਂਦੀ ਹੈ, ਪਰ ਜਦੋਂ ਅਜਿਹਾ ਸੰਭਵ ਨਾ ਹੋਵੇ ਤਾਂ ਕੁਝ ਲੋਕ ਉਸ ਦੇ ਪੱਖ ਵਿੱਚ ਅਤੇ ਕੁਝ ਵਿਰੋਧ ਵਿੱਚ ਡਟ ਜਾਂਦੇ ਹਨ। ਧੜੇਬੰਦੀਆਂ ਨਾਲ ਜਿੱਥੇ ਧੜੇ ਅੰਦਰ ਮੇਲਜੋਲ ਵੱਧਦਾ ਹੈ, ਉੱਥੇ ਧੜੇ ਤੋਂ ਬਾਹਰ ਸਭ ਕੁਝ ਸ਼ੱਕ ਅਤੇ ਵਿਰੋਧ ਦੀ ਨਜ਼ਰ ਨਾਲ ਵੇਖਿਆ ਜਾਂਦਾ ਹੈ। ਧੜੇਬੰਦੀ ਵਿੱਚ ਬਹੁਤਿਆਂ ਦੀ ਸ਼ਖਸੀਅਤ ਧਾਗੇ ਵਾਲੀ ਹੁੰਦੀ ਹੈ। ਜਿੱਧਰ ਸੂਈ ਜਾਂਦੀ ਹੈ ਉੱਧਰ ਧਾਗਾ ਜਾਂਦਾ ਹੈ। ਸਵੈ-ਮਾਣ ਵਾਲੇ ਵਿਅਕਤੀ ਅਜਿਹੇ ਵਿਹਾਰ ਨੂੰ ਪਸੰਦ ਨਹੀਂ ਕਰਦੇ। ਪਰਿਵਾਰ ਦੀਆਂ ਨਿੱਤ ਵੱਧਦੀਆਂ ਭਾਵਕ ਅਤੇ ਆਰਥਿਕ ਸਮੱਸਿਆਵਾਂ ਸੰਤਾਨ ਦੇ ਮਾਪਿਆਂ ਨਾਲ ਮੇਲਜੋਲ ਨੂੰ ਵਿਰੋਧ ਵਿੱਚ ਬਦਲ ਦਿੰਦੀਆਂ ਹਨ। ਮੇਲਜੋਲ ਤੋਂ ਸੱਖਣਾ ਮਨੁੱਖ ਸੂਰਜ ਬਿਨਾਂ ਦਿਨ ਵਰਗਾ ਅਤੇ ਦੀਵੇ ਬਿਨਾਂ ਰਾਤ ਵਰਗਾ ਹੋ ਨਿਬੜਦਾ ਹੈ। ਸੋ ਇਸ ਦੇ ਨਾਲ ਹੀ ਇਹ ਲੇਖ ਖਤਮ ਹੁੰਦਾ ਹੈ। ਫਿਰ ਮਿਲਦੇ ਹਾਂ ਅਗਲੇ ਲੇਖ ਦੇ ਨਾਲ।